ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਟੀਵੀ ਪੰਜਾਬ ਤੇ ਮੈਂ ਹਾਂ ਤੁਹਾਡੇ ਨਾਲ ਇੰਦਰਪ੍ਰੀਤ ਕੌਰ ਪੰਨੂ। ਵੀਕਲੀ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ, ਜਿੱਥੇ ਅਸੀਂ ਗੱਲਬਾਤ ਕੈਨੇਡਾ ਦੀਆਂ तमाम ਵੱਡੀਆਂ ਖਬਰਾਂ ਦੀ ਕਰਾਂਗੇ ਜਿਹੜੀਆਂ ਹਫ਼ਤਾ ਭਰ ਖਾਸ ਰਹੀਆਂ। ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੇ ਉੱਪਰ। ਯਾਤਰੀਆਂ ਦੀ ਕੈਨੇਡਾ ਸਰਕਾਰ ਤੋਂ ਮੰਗ, ਟੈਸਟ ਨੂੰ ਹਟਾਉਣ ਦੀ ਹੋ ਰਹੀ ਹੈ ਮੰਗ। ਟਰੂਡੋ ਨੇ ਦਿੱਤੀ ਖੁਸ਼ਖਬਰੀ, ਤਰੱਕੀ ਬਾਰੇ ਕਰਵਾਇਆ ਜਾਣੂ। ਨਸ਼ੇ ਕਾਰਨ ਗਈਆਂ ਕਈ ਜਾਨਾਂ, 9 ਮਹੀਨੇ ਦੇ ਵਿੱਚ 1500 ਤੋਂ ਵੱਧ ਮੌਤਾਂ। ਐਕਸਪ੍ਰੈਸ ਐਂਟਰੀ ਡਰਾ ਦਾ ਐਲਾਨ, ਅਜੇ ਵੀ ਨਹੀਂ ਨਿਕਲਿਆ ਵੱਡਾ ਡਰਾ। ਪੰਜਾਬੀ ਨੌਜਵਾਨ ਕੀਤਾ ਗਿਆ ਚਾਰਜ, ਨਸ਼ਾ ਕਰਕੇ ਚਲਾ ਰਿਹਾ ਸੀ ਗੱਡੀ। ਇਮੀਗ੍ਰੇਸ਼ਨ ਦੇ ਵਿੱਚ ਹੋ ਰਹੀ ਦੇਰੀ ਦੇ ਨਾਲ ਲੋਕ ਪਰੇਸ਼ਾਨ, ਸਿਆਸਤਦਾਨਾਂ ਨੇ ਮੰਤਰੀ ਨੂੰ ਲਿਖੇ ਪੱਤਰ। ਯਾਤਰੀਆਂ ਵੱਲੋਂ ਕੈਨੇਡਾ ਸਰਕਾਰ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹਨਾਂ ਨੂੰ ਪੀਸੀਆਰ ਟੈਸਟ ਤੋਂ ਰਾਹਤ ਦਿੱਤੀ ਜਾਵੇ। ਕੈਨੇਡਾ ਸਰਕਾਰ ਵੱਲੋਂ ਕਿਹਾ ਗਿਆ ਕਿ ਇੱਥੇ ਪੀਸੀਆਰ ਟੈਸਟ ਜ਼ਰੂਰੀ ਹੈ, ਜਿਸ ਤੋਂ ਬਾਅਦ ਯਾਤਰੀਆਂ ਦਾ ਕਹਿਣਾ ਹੈ ਕਿ ਇਸ ਦੇ ਉੱਪਰ ਕਾਫੀ ਖਰਚ ਆਉਂਦਾ ਹੈ। ਇਸ ਕਰਕੇ ਸਰਕਾਰ ਨੂੰ ਕਿਹਾ ਗਿਆ ਕਿ ਦੁਬਾਰਾ ਇਸ ਸੰਬੰਧੀ ਵਿਚਾਰ ਕੀਤੀ ਜਾਵੇ ਤੇ ਜਿਹੜੇ ਫੁੱਲੀ ਵੈਕਸੀਨੇਟਡ ਨੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ। ਕੈਨੇਡਾ ਆਉਣ ਵਾਲੇ ਯਾਤਰੀਆਂ ਵੱਲੋਂ ਹੁਣ ਖਾਸ ਮੰਗ ਕੀਤੀ ਜਾ ਰਹੀ ਹੈ। ਇਹ ਮੰਗ ਜੁੜੀ ਹੋਈ ਹੈ ਕੋਵਿਡ-19 ਪੀਸੀਆਰ ਟੈਸਟ ਦੇ ਨਾਲ। ਇਸ ਮਾਮਲੇ ਸੰਬੰਧੀ ਹੁਣ ਮਾਹਰ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਦਿਖਾਈ ਦੇ ਰਹੇ ਨੇ। ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਵੱਲੋਂ ਜੋ ਕੋਵਿਡ-19 ਪੀਸੀਆਰ ਟੈਸਟ ਲਾਜ਼ਮੀ ਕੀਤਾ ਗਿਆ, ਇਸ ਨੂੰ ਵਾਪਸ ਲੈਣਾ ਚਾਹੀਦਾ ਹੈ। ਦੱਸ ਦਈਏ ਕਿ ਅਮਰੀਕਾ ਵੱਲੋਂ ਅੱਜ ਤੋਂ ਕੈਨੇਡੀਅਨਸ ਦੇ ਵਾਸਤੇ ਬਾਰਡਰ ਖੋਲ੍ਹ ਦਿੱਤੇ ਗਏ। ਇਸ ਤੋਂ ਬਾਅਦ ਐਕਸਪਰਟਸ ਦਾ ਕਹਿਣਾ ਹੈ ਕਿ ਕੈਨੇਡਾ ਦੀ ਸਰਕਾਰ ਨੂੰ ਕੋਵਿਡ-19 ਪੀਸੀਆਰ ਟੈਸਟ ਦੀ ਰਿਕੁਆਇਰਮੈਂਟ ਖਤਮ ਕਰ ਦੇਣੀ ਚਾਹੀਦੀ ਹੈ। ਇਹ ਮੰਗ ਫੁੱਲੀ ਵੈਕਸੀਨੇਟਡ ਯਾਤਰੀਆਂ ਵਾਸਤੇ ਕੀਤੀ ਜਾ ਰਹੀ ਹੈ। ਬਹੁਤ ਸਾਰੇ ਅਜਿਹੇ ਯਾਤਰੀ ਹਨ ਜਿਨ੍ਹਾਂ ਦੇ ਕੋਵਿਡ-19 ਵੈਕਸੀਨ ਦੀ 2 ਡੋਜ਼ ਲੱਗੀ ਹੋਈ ਹੈ ਤੇ ਉਹ ਕੁਝ ਹੀ ਸਮਾਂ ਅਮਰੀਕਾ ਜਾਂਦੇ ਨੇ, ਪਰ ਵਾਪਸੀ ਦੇ ਉੱਪਰ ਫਿਰ ਉਹਨਾਂ ਨੂੰ ਪੀਸੀਆਰ ਟੈਸਟ ਦਿਖਾਉਣਾ ਪੈਂਦਾ ਹੈ। ਇਸ ਤੋਂ ਬਾਅਦ ਯਾਤਰੀ ਤਾਂ ਮੰਗ ਕਰ ਹੀ ਰਹੇ ਨੇ, ਪਰ ਦੂਜੇ ਪਾਸੇ ਮਾਹਰਾਂ ਵੱਲੋਂ ਵੀ ਇਸ ਗੱਲ ਨੂੰ ਲੈ ਕੇ ਜ਼ੋਰ ਦਿੱਤਾ ਜਾ ਰਿਹਾ ਹੈ। ਇਸ ਬਾਰੇ ਕੁਝ ਐਕਸਪਰਟਸ ਦਾ ਕਹਿਣਾ ਹੈ ਕਿ ਜੋ ਕੁਝ ਸਮਾਂ ਹੀ ਅਮਰੀਕਾ ਜਾਂਦੇ ਨੇ, ਉਹਨਾਂ ਫੁੱਲੀ ਵੈਕਸੀਨੇਟਡ ਯਾਤਰੀਆਂ ਤੋਂ ਪੀਸੀਆਰ ਟੈਸਟ ਲੈਣਾ ਕੋਈ ਠੀਕ ਗੱਲ ਨਹੀਂ ਹੈ। ਜਾਣਕਾਰੀ ਦੇ ਲਈ ਦੱਸ ਦਈਏ ਕਿ ਮੌਜੂਦਾ ਸਮੇਂ ਜਿਹੜੇ ਯਾਤਰੀ ਕੈਨੇਡਾ ਆਉਂਦੇ ਨੇ, ਉਹਨਾਂ ਤੋਂ ਕੋਵਿਡ-19 ਟੈਸਟ ਦੀ ਨੈਗੇਟਿਵ ਰਿਪੋਰਟ ਮੰਗੀ ਜਾਂਦੀ ਹੈ, ਜੋ ਕਿ 72 ਘੰਟਿਆਂ ਦੌਰਾਨ ਕਰਾਈ ਹੋਣੀ ਜ਼ਰੂਰੀ ਹੈ। ਜੋ ਯਾਤਰੀਆਂ ਤੋਂ ਪੀਸੀਆਰ ਟੈਸਟ ਮੰਗਿਆ ਜਾਂਦਾ ਹੈ, ਉਸ ਦੀ ਕੀਮਤ $300 ਤੱਕ ਹੁੰਦੀ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਅਜਿਹੇ ਦੇਸ਼ ਨੇ ਜਿਨ੍ਹਾਂ ਵਿੱਚ ਅਮਰੀਕਾ ਵੀ ਸ਼ਾਮਲ ਹੈ। ਇਨ੍ਹਾਂ ਦੇਸ਼ਾਂ ਵੱਲੋਂ ਯਾਤਰੀਆਂ ਕੋਲੋਂ ਰੈਪਿਡ ਐਂਟੀਜਨ ਟੈਸਟ ਮੰਗਿਆ ਜਾਂਦਾ ਹੈ, ਜਿਸ ਦੇ ਉੱਪਰ ਸਿਰਫ $20 ਤੱਕ ਦਾ ਖਰਚਾ ਆਉਂਦਾ ਹੈ ਤੇ ਇਸ ਦਾ ਰਿਜ਼ਲਟ ਸਿਰਫ 15 ਮਿੰਟਾਂ ਦੇ ਵਿੱਚ ਨਿਕਲ ਆਉਂਦਾ ਹੈ। ਇਸ ਸਭ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਯਾਤਰੀਆਂ ਵੱਲੋਂ ਤੇ ਮਾਹਰਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡਾ ਸਰਕਾਰ ਨੂੰ ਪੀਸੀਆਰ ਰਿਕੁਆਇਰਮੈਂਟ ਟੈਸਟ ਦੇ ਉੱਪਰ ਮੁੜ ਤੋਂ ਵਿਚਾਰ ਕਰਨਾ ਚਾਹੀਦਾ ਹੈ। ਇਸ ਹਫ਼ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਇੱਕ ਖੁਸ਼ਖਬਰੀ ਸਾਂਝੀ ਕੀਤੀ ਗਈ, ਜਿਸ ਦੇ ਵਿੱਚ ਉਹਨਾਂ ਦੱਸਿਆ ਕਿ ਇਸ ਸਮੇਂ ਕਿੰਨੇ ਕੈਨੇਡੀਅਨਸ ਫੁੱਲੀ ਵੈਕਸੀਨੇਟਡ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਜਾਣਕਾਰੀ ਦਿੱਤੀ ਗਈ, ਉਸ ਦੇ ਮੁਤਾਬਕ 85% ਕੈਨੇਡੀਅਨਸ ਇਸ ਸਮੇਂ ਉਹ ਹਨ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਦੇ ਦੋਨੋਂ ਸ਼ਾਟਸ ਲਗਵਾਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੈਕਸੀਨੇਸ਼ਨ ਦੇ ਨਾਲ ਜੁੜੀ ਹੋਈ ਖੁਸ਼ਖਬਰੀ ਸਾਂਝੀ ਕੀਤੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ ਮੌਜੂਦਾ ਸਮੇਂ ਕੈਨੇਡਾ ਦੇ ਵਿੱਚ ਕਿੰਨੇ ਫੀਸਦੀ ਆਬਾਦੀ ਵੱਲੋਂ ਕੋਵਿਡ-19 ਵੈਕਸੀਨ ਹਾਸਲ ਕਰ ਲਈ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਜੋ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਪਰ ਇੱਕ ਪੋਸਟ ਸਾਂਝੀ ਕੀਤੀ ਗਈ, ਇਸ ਦੇ ਵਿੱਚ ਉਹਨਾਂ ਕਿਹਾ ਕਿ ਕੈਨੇਡਾ ਦੇ ਵਿੱਚ 85% ਆਬਾਦੀ ਅਜਿਹੀ ਹੈ ਜਿਨ੍ਹਾਂ ਨੇ ਕੋਵਿਡ-19 ਦੀ ਵੈਕਸੀਨ ਦੇ ਦੋਨੋਂ ਡੋਜ਼ ਹਾਸਲ ਕਰ ਲਏ ਹਨ। ਪ੍ਰਧਾਨ ਮੰਤਰੀ ਵੱਲੋਂ ਇਸ ਨੂੰ ਸ਼ਾਨਦਾਰ ਦੱਸਿਆ ਗਿਆ, ਪਰ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਇਸ ਤੋਂ ਵੀ ਬਿਹਤਰ ਕਰ ਸਕਦੇ ਹਾਂ। ਇੱਕ ਵਾਰ ਫਿਰ ਤੋਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਕਿਹਾ ਗਿਆ ਕਿ ਜਿਨ੍ਹਾਂ ਨੇ ਕੋਵਿਡ-19 ਵੈਕਸੀਨ ਹਾਸਲ ਨਹੀਂ ਕੀਤੇ, ਉਹ ਜਾ ਕੇ ਕੋਵਿਡ ਸ਼ਾਟਸ ਜ਼ਰੂਰ ਲਗਵਾਉਣ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਿਸ ਦੇ ਵਿੱਚ ਇਸ ਸਮੇਂ ਵੈਕਸੀਨੇਸ਼ਨ ਰੇਟ ਕਾਫੀ ਜ਼ਿਆਦਾ ਹਾਈ ਹੈ। ਦੂਜੇ ਪਾਸੇ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਹੁਣ ਸਰਕਾਰ ਨੂੰ ਜੌਨਸਨ ਵੈਕਸੀਨ ਦੀਆਂ 20,000 ਡੋਜ਼ਸ ਵੀ ਮਿਲਣ ਵਾਲੀਆਂ ਨੇ। ਇਸ ਦਾ ਮਕਸਦ ਹੋਵੇਗਾ ਕਿ ਪ੍ਰੋਵਿੰਸਿਸ ਦੇ ਵਿੱਚ ਹੋਰ ਵੈਕਸੀਨੇਸ਼ਨ ਰੇਟ ਨੂੰ ਤੇਜ਼ ਕੀਤਾ ਜਾਵੇ। ਕਈ ਸੂਬਿਆਂ ਵੱਲੋਂ ਇਸ ਟੀਕੇ ਦੀ ਮੰਗ ਵੀ ਕੀਤੀ ਜਾ ਰਹੀ ਸੀ। ਇਸ ਵੈਕਸੀਨ ਨੂੰ ਹੈਲਥ ਕੈਨੇਡਾ ਵੱਲੋਂ ਪਹਿਲਾਂ ਹੀ ਮਨਜ਼ੂਰ ਕਰ ਦਿੱਤਾ ਗਿਆ, ਪਰ ਕੈਨੇਡੀਅਨਸ ਨੂੰ ਇਹ ਟੀਕਾ ਲਗਾਉਣ ਦੀ ਸ਼ੁਰੂਆਤ ਨਹੀਂ ਕੀਤੀ ਗਈ ਸੀ। ਪਰ ਜਿਵੇਂ ਹੀ ਜੌਨਸਨ ਟੀਕੇ ਦੀ ਸ਼ਿਪਮੈਂਟ ਕੈਨੇਡਾ ਨੂੰ ਆਵੇਗੀ ਤਾਂ ਇਹ ਪ੍ਰੋਵਿੰਸਿਸ ਨੂੰ ਵੰਡ ਦਿੱਤੀ ਜਾਵੇਗੀ, ਜਿਸ ਤੋਂ ਬਾਅਦ ਜੌਨਸਨ ਟੀਕਾ ਕੈਨੇਡੀਅਨਸ ਨੂੰ ਲਗਾਉਣ ਦੀ ਵੀ ਸ਼ੁਰੂਆਤ ਕੀਤੀ ਜਾਵੇਗੀ। ਇਸ ਹਫ਼ਤੇ ਬ੍ਰਿਟਿਸ਼ ਕੋਲੰਬੀਆ ਤੋਂ ਜਾਣਕਾਰੀ ਸਾਹਮਣੇ ਆਈ ਕਿ 9 ਮਹੀਨੇ ਯਾਨੀ ਕਿ 2021 ਦੇ ਪਹਿਲੇ 9 ਮਹੀਨੇ ਦੌਰਾਨ ਕਿੰਨੀਆਂ ਜਾਨਾਂ ਨਸ਼ੇ ਦੀ ਓਵਰਡੋਜ਼ ਦੇ ਕਾਰਨ ਗਈਆਂ। ਬ੍ਰਿਟਿਸ਼ ਕੋਲੰਬੀਆ ਕੋਰਨਰਸ ਸਰਵਿਸ ਦਾ ਕਹਿਣਾ ਹੈ ਕਿ ਮਹਿਜ਼ 9 ਮਹੀਨਿਆਂ ਦੇ ਵਿੱਚ ਹੀ 1500 ਦੇ ਕਰੀਬ ਲੋਕਾਂ ਦੀ ਮੌਤ ਇਲਿਸਿਟ ਡਰੱਗ ਦੇ ਕਾਰਨ ਹੋ ਗਈ, ਜਿਸ ਨੂੰ ਲੈ ਕੇ ਉਹਨਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਲਿਸਿਟ ਡਰੱਗ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ ਵਧਦਾ ਜਾ ਰਿਹਾ ਹੈ। ਇਸ ਬਾਰੇ ਬ੍ਰਿਟਿਸ਼ ਕੋਲੰਬੀਆ ਕੋਰਨਰਸ ਸਰਵਿਸ ਦੇ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ। ਬ੍ਰਿਟਿਸ਼ ਕੋਲੰਬੀਆ ਕੋਰਨਰਸ ਸਰਵਿਸ ਦਾ ਕਹਿਣਾ ਹੈ
ਕਿ 9 ਮਹੀਨਿਆਂ ਦੌਰਾਨ ਹੀ ਇਲਿਸਿਟ ਡਰੱਗ ਦੇ ਕਾਰਨ 1500 ਦੇ ਕਰੀਬ ਮੌਤਾਂ ਹੋ ਗਈਆਂ। ਇਹ ਜਾਣਕਾਰੀ ਸਤੰਬਰ ਮਹੀਨੇ ਦੇ ਆਖਿਰ ਤੱਕ ਸਾਂਝੀ ਕੀਤੀ ਗਈ ਹੈ, ਜਿਸ ਦੇ ਮੁਤਾਬਕ BC ਦੇ ਵਿੱਚ ਇਲਿਸਿਟ ਡਰੱਗ ਦੇ ਕਾਰਨ ਹੋਣ ਵਾਲੀਆਂ ਮੌਤਾਂ ਦਾ ਅੰਕੜਾ 1534 ਦੱਸਿਆ ਗਿਆ। ਅਗਸਤ ਮਹੀਨੇ ਦੌਰਾਨ ਇਸ ਦੇ ਕਾਰਨ 181 ਲੋਕਾਂ ਦੀ ਜਾਨ ਚਲੀ ਗਈ, ਜਦਕਿ ਸਤੰਬਰ ਮਹੀਨੇ ਦੇ ਵਿੱਚ ਇਸ ਦਾ ਅੰਕੜਾ 152 ਦਾ ਰਿਹਾ। ਇਨ੍ਹਾਂ ਦੋਨਾਂ ਮਹੀਨਿਆਂ ਦੇ ਵਿੱਚ ਦੇਖਿਆ ਗਿਆ ਹੈ ਕਿ ਇਲਿਸਿਟ ਡਰੱਗ ਦੇ ਕਾਰਨ ਕਈ ਜਾਨਾਂ ਗਈਆਂ। ਬ੍ਰਿਟਿਸ਼ ਕੋਲੰਬੀਆ ਕਾਰਨਰਸ ਸਰਵਿਸ ਦਾ ਕਹਿਣਾ ਹੈ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਜਾਣੀ ਕਿ ਇਸ ਸਾਲ ਡਰੱਗ ਦੇ ਕਾਰਨ ਹੋਣ ਵਾਲੀਆਂ ਮੌਤਾਂ ਦੀ ਗਿਣਤੀ ਵੱਧ ਦਰਜ ਕੀਤੀ ਗਈ ਹੈ, ਜਿਸ ਨੂੰ ਲੈ ਕੇ ਉਨ੍ਹਾਂ ਵੱਲੋਂ ਚਿੰਤਾ ਦਾ ਪ੍ਰਗਟਾਵਾ ਵੀ ਕੀਤਾ ਗਿਆ। ਇਸੇ ਕਾਰਨ ਸਭ ਤੋਂ ਵੱਧ ਮੌਤਾਂ ਉਨ੍ਹਾਂ ਦੇ ਵਿੱਚ ਦਰਜ ਕੀਤੀਆਂ ਗਈਆਂ ਜਿਨ੍ਹਾਂ ਦੀ ਉਮਰ 30 ਸਾਲ ਤੋਂ ਲੈ ਕੇ 59 ਸਾਲ ਦੇ ਵਿਚਕਾਰ ਹੈ। ਜਾਣਕਾਰੀ ਮੁਤਾਬਕ 2 ਲੋਅਰ ਮੀਨਲੈਂਡ ਹੈਲਥ ਅਥਾਰਟੀਜ਼, ਫਰੀਜ਼ਰ ਹੈਲਥ ਅਤੇ ਵੈਨਕੂਵਰ ਕੋਸਟਲ ਹੈਲਥ ਦੇ ਵਿੱਚ ਸਭ ਤੋਂ ਵੱਧ ਮੌਤਾਂ ਇਸ ਡਰੱਗ ਦੇ ਕਾਰਨ ਹੋਈਆਂ ਹਨ, ਜਿਸ ਦੀ ਵਾਸਤੇ ਗਿਣਤੀ 523 ਅਤੇ 417 ਦੀ ਦੱਸੀ ਗਈ ਹੈ। ਇਨ੍ਹਾਂ ਮੌਤਾਂ ਦੇ ਅੰਕੜੇ ਦੇ ਵਿੱਚ ਸਭ ਤੋਂ ਪਹਿਲਾ ਨੰਬਰ ਵੈਨਕੂਵਰ ਕੋਸਟਲ ਹੈਲਥ ਦਾ ਅਤੇ ਦੂਸਰਾ ਨਾਰਦਰਨ ਹੈਲਥ ਦਾ ਦੱਸਿਆ ਗਿਆ। ਇਸ ਹਫਤੇ ਐਕਸਪ੍ਰੈਸ ਐਂਟਰੀ PNP ਸਪੈਸੀਫਿਕ ਡਰਾਅ ਦਾ ਐਲਾਨ ਹੋਇਆ, ਜਿਸ ਦੇ ਵਿੱਚ 700 ਤੋਂ ਵੱਧ ਉਮੀਦਵਾਰਾਂ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਪਰ ਦੂਜੇ ਪਾਸੇ ਇਸ ਵਾਰ ਵੀ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਦੇਖਣ ਨੂੰ ਨਹੀਂ ਮਿਲਿਆ, ਜਿਸ ਦੇ ਕਾਰਨ ਲੋਕਾਂ ਅੰਦਰ ਜੋ ਉਮੀਦ ਸੀ ਉਸ ਤੋਂ ਇਹ ਉਲਟ ਹੁੰਦਾ ਹੋਇਆ ਦਿਖਾਈ ਦਿੱਤਾ, ਕਿਉਂਕਿ ਸਤੰਬਰ ਮਹੀਨੇ ਦੌਰਾਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਡਰਾਅ ਨਹੀਂ ਕੱਢਿਆ ਗਿਆ ਤੇ ਕਾਫੀ ਲੰਬੇ ਸਮੇਂ ਤੋਂ ਫੈਡਰਲ ਲੈਵਲ ਦਾ ਵੀ ਕੋਈ ਡਰਾਅ ਨਹੀਂ ਨਿਕਲਿਆ। ਉਮੀਦ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਜਲਦ ਕੋਈ ਵੱਡਾ ਸਰਪ੍ਰਾਈਜ਼ ਲਿਆਂਦਾ ਜਾਵੇ। ਉਧਰ ਦੂਜੇ ਪਾਸੇ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਟਾਰਗੇਟ ਤੈਅ ਕੀਤਾ ਗਿਆ ਉਹ ਵੀ ਪੂਰਾ ਨਹੀਂ ਹੋ ਸਕਿਆ ਤੇ ਸਾਲ ਖਤਮ ਹੋਣ ਦੇ ਵਿੱਚ 2 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ। ਸਵਾਲ ਲਗਾਤਾਰ ਪੁੱਛਿਆ ਜਾ ਰਿਹਾ ਹੈ ਕਿ ਫੈਡਰਲ ਲੈਵਲ ਦਾ ਡਰਾਅ ਕਦੋਂ ਕੱਢਿਆ ਜਾਵੇਗਾ, ਪਰ ਵਿਭਾਗ ਨੇ ਜਾਂ ਫਿਰ ਸਰਕਾਰ ਨੇ ਇਸ ਬਾਰੇ ਕੋਈ ਜਾਣਕਾਰੀ ਫਿਲਹਾਲ ਸਾਂਝੀ ਨਹੀਂ ਕੀਤੀ। IRCC ਵੱਲੋਂ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਦਾ ਐਲਾਨ ਕੀਤਾ ਗਿਆ। ਇਸ ਤਾਜ਼ਾ PNP ਡਰਾਅ ਦੇ ਵਿੱਚ ਪੈਂਡੇਮਿਕ ਦੌਰਾਨ ਸੈਕੰਡ ਲੋਐਸਟ CRS ਰਿਕਾਰਡ ਕੀਤਾ ਗਿਆ। IRCC ਵੱਲੋਂ ਨਵੰਬਰ 10 ਨੂੰ ਐਕਸਪ੍ਰੈਸ ਐਂਟਰੀ PNP ਸਪੈਸੀਫਿਕ ਡਰਾਅ ਕੱਢਿਆ ਗਿਆ, ਜਿਸ ਵਿੱਚ ਉਨ੍ਹਾਂ ਵੱਲੋਂ 775 ਐਕਸਪ੍ਰੈਸ ਐਂਟਰੀ ਕੈਂਡੀਡੇਟਸ ਨੂੰ ਇਨਵੀਟੇਸ਼ਨ ਜਾਰੀ ਕੀਤੇ ਗਏ। ਦੱਸ ਦਈਏ ਕਿ ਹੁਣ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਵੱਲੋਂ ਲਗਾਤਾਰ PNP ਸਪੈਸੀਫਿਕ ਐਕਸਪ੍ਰੈਸ ਐਂਟਰੀ ਡਰਾਅ ਕੱਢੇ ਜਾ ਰਹੇ ਹਨ। ਇਸ ਤੋਂ ਪਹਿਲਾਂ ਜੋ PNP ਸਪੈਸੀਫਿਕ ਡਰਾਅ ਕੱਢਿਆ ਗਿਆ ਉਸ ਦੇ ਵਿੱਚ 888 ਇਨਵੀਟੇਸ਼ਨ ਦਿੱਤੇ ਗਏ ਸਨ, ਜਿਸ ਦੇ ਵਿੱਚ 744 ਸਕੋਰਸ ਦੀ ਜ਼ਰੂਰਤ ਸੀ। ਪਰ ਜੋ ਤਾਜ਼ਾ ਡਰਾਅ ਕੱਢਿਆ ਗਿਆ ਇਸ ਦੇ ਵਿੱਚ ਪੈਂਡੇਮਿਕ ਦੌਰਾਨ ਸੈਕੰਡ ਲੋਐਸਟ ਕੱਟ ਆਫ ਸਕੋਰ ਦਰਜ ਕੀਤਾ ਗਿਆ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਸਾਲ ਦੇ ਵਾਸਤੇ ਟਾਰਗੇਟ ਤੈਅ ਕੀਤਾ ਗਿਆ ਕਿ ਉਨ੍ਹਾਂ ਵੱਲੋਂ ਇਸ ਸਾਲ 4,01,000 ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਪਰ ਹੁਣ ਸਾਲ ਖਤਮ ਹੋਣ ਦੇ ਵਿੱਚ ਸਿਰਫ 2 ਮਹੀਨੇ ਦਾ ਸਮਾਂ ਰਹਿ ਗਿਆ ਤੇ ਅਜੇ ਤੱਕ ਇਹ ਟਾਰਗੇਟ ਪੂਰਾ ਨਹੀਂ ਹੋ ਸਕਿਆ। ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਕੋਈ ਵੱਡਾ ਸਰਪ੍ਰਾਈਜ਼ ਲੈ ਕੇ ਆਵੇ। ਉਨ੍ਹਾਂ ਵੱਲੋਂ ਫਰਵਰੀ 13 ਵਰਗਾ ਕੁਝ ਕੀਤਾ ਜਾ ਸਕਦਾ ਹੈ ਜਾਂ ਫਿਰ ਮਈ ਦੌਰਾਨ ਜੋ ਪ੍ਰੋਗਰਾਮ ਲਿਆਂਦੇ ਗਏ ਉਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਹੈ। ਪਰ ਫਿਲਹਾਲ ਅਜੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਇਸ ਤਰ੍ਹਾਂ ਦੀ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। IRCC ਦੀ ਜੋ ਇੱਕ ਤਾਜ਼ਾ ਮੀਟਿੰਗ ਹੋਈ ਸੀ ਉਸ ਦੇ ਵਿੱਚ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਕਿ ਫੈਡਰਲ ਲੈਵਲ ਦਾ ਡਰਾਅ ਕਦੋਂ ਐਲਾਨ ਕੀਤਾ ਜਾਵੇਗਾ, ਕਿਉਂਕਿ ਬਹੁਤ ਸਾਰੀਆਂ ਨਜ਼ਰਾਂ ਇਸ ਸਮੇਂ ਟਿਕੀਆਂ ਹੋਈਆਂ ਨੇ ਕਿ IRCC ਫੈਡਰਲ ਲੈਵਲ ਦਾ ਡਰਾਅ ਕਦੋਂ ਐਲਾਨ ਕਰਦੀ ਹੈ। ਇਸ ਹਫ਼ਤੇ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਬ੍ਰੈਂਪਟਨ ਦੇ ਨੌਜਵਾਨ ਨੂੰ ਚਾਰਜ ਕੀਤਾ ਗਿਆ। ਇਸ ਵੱਲੋਂ ਨਸ਼ਾ ਕਰਕੇ ਗੱਡੀ ਚਲਾਈ ਜਾ ਰਹੀ ਸੀ, ਜਿਸ ਦੇ ਕਾਰਨ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਇਸ ਪੰਜਾਬੀ ਦਾ ਨਾਮ ਵੀ ਪੁਲਿਸ ਵੱਲੋਂ ਜਨਤਕ ਕੀਤਾ ਗਿਆ। ਬ੍ਰੈਂਪਟਨ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਨਸ਼ਾ ਕਰਕੇ ਗੱਡੀ ਚਲਾਉਣ ਦੇ ਸੰਬੰਧ ਦੇ ਵਿੱਚ ਇੱਕ ਪੰਜਾਬੀ ਨੂੰ ਚਾਰਜ ਕੀਤਾ ਗਿਆ। ਪੁਲਿਸ ਵੱਲੋਂ ਇਸ ਦਾ ਨਾਮ ਅਤੇ ਪਹਿਚਾਣ ਵੀ ਜਨਤਕ ਕੀਤੀ ਗਈ ਹੈ। ਜੀ ਹਾਂ, ਇਸ ਮਾਮਲੇ ਬਾਰੇ ਓਨਟਾਰੀਓ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ, ਜਿੱਥੇ ਉਨ੍ਹਾਂ ਵੱਲੋਂ ਜਾਣਕਾਰੀ ਦਿੱਤੀ ਗਈ ਕਿ ਕੈਲੇਡਨ ਦੇ ਵਿੱਚ ਇੱਕ ਵਿਅਕਤੀ ਵੱਲੋਂ 3 ਗੱਡੀਆਂ ਨੂੰ ਟੱਕਰ ਮਾਰੀ ਗਈ, ਜਿਸ ਤੋਂ ਬਾਅਦ ਉਸ ਨੂੰ ਚਾਰਜ ਕੀਤਾ ਗਿਆ। ਪੁਲਿਸ ਵੱਲੋਂ ਇਸ ਦਾ ਨਾਮ ਮਨਦੀਪ ਸਮਰਾਟ ਦੱਸਿਆ ਗਿਆ, ਜਿਸ ਦੀ ਉਮਰ 40 ਸਾਲ ਦੇ ਕਰੀਬ ਹੈ। ਦਰਅਸਲ 10 ਨਵੰਬਰ ਦੀ ਸ਼ਾਮ ਨੂੰ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਮੈਫੀਲਡ ਰੋਡ ਅਤੇ ਮੈਕਵਿਲ ਡਰਾਈਵਵੇ ਦੇ ਉੱਪਰ 3 ਗੱਡੀਆਂ ਨੂੰ ਟੱਕਰ ਲੱਗਣ ਤੋਂ ਬਾਅਦ 2 ਵਿਅਕਤੀਆਂ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਭਰਤੀ ਕਰਵਾਇਆ ਗਿਆ। ਇਸ ਤੋਂ ਬਾਅਦ ਇਸ ਮਾਮਲੇ ਦੇ ਸੰਬੰਧ ਦੇ ਵਿੱਚ ਬ੍ਰੈਂਪਟਨ ਦੇ ਨਿਵਾਸੀ ਮਨਦੀਪ ਸਮਰਾ ਦੇ ਉੱਪਰ ਚਾਰਜ ਲਗਾਏ ਗਏ। ਪੁਲਿਸ ਵੱਲੋਂ ਇਸ ਦੇ ਉੱਪਰ ਨਸ਼ਾ ਕਰਕੇ ਗੱਡੀ ਚਲਾਉਣ, ਹੈਰੋਇਨ ਰੱਖਣ, ਖੁੱਲੀ ਸ਼ਰਾਬ ਰੱਖਣ ਅਤੇ ਗੈਰ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ ਵਰਗੇ ਦੋਸ਼ ਲਗਾਏ ਗਏ। ਹੁਣ ਜਲਦ ਹੀ ਮਨਦੀਪ ਦੀ ਕੋਰਟ ਦੇ ਵਿੱਚ ਪੇਸ਼ੀ ਹੋਣ ਜਾ ਰਹੀ ਹੈ, ਜਿਸ ਦੇ ਬਾਰੇ ਓਨਟਾਰੀਓ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ। ਇਮੀਗ੍ਰੇਸ਼ਨ ਦੇ ਵਿੱਚ ਜੋ ਦੇਰੀ ਹੋ ਰਹੀ ਹੈ ਉਸ ਦੇ ਕਾਰਨ ਲੋਕ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ।
ਹੁਣ ਜਾਣਕਾਰੀ ਸਾਹਮਣੇ ਆਈ ਹੈ ਕਿ ਕੁਝ ਐਮਪੀਜ਼ ਦੇ ਵੱਲੋਂ ਇਮੀਗ੍ਰੇਸ਼ਨ ਮੰਤਰੀ ਨੂੰ ਓਪਨ ਲੈਟਰ ਲਿਖਿਆ ਗਿਆ, ਜਿਸ ਦੇ ਵਿੱਚ ਉਹਨਾਂ ਨੇ तमाम ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਮੁੱਦਿਆਂ ਦਾ ਜ਼ਿਕਰ ਕੀਤਾ। ਇਹਨਾਂ ਪੱਤਰ ਦੇ ਰਾਹੀਂ ਇਮੀਗ੍ਰੇਸ਼ਨ ਮੰਤਰੀ ਨੂੰ ਜਾਣੂ ਕਰਵਾਇਆ ਗਿਆ ਹੈ ਕਿ ਜੋ ਬੈਕਲੌਗ ਇਕੱਠਾ ਹੋ ਗਿਆ ਹੈ ਉਸ ਦੇ ਉੱਪਰ ਜਲਦ ਨਿਪਟਾਰਾ ਕਰਨਾ ਚਾਹੀਦਾ ਹੈ, ਕਿਉਂਕਿ ਲੋਕ ਵੀ ਲਗਾਤਾਰ ਇਸ ਦੇ ਨਾਲ ਸੰਬੰਧਿਤ ਸਵਾਲ ਪੁੱਛ ਰਹੇ ਨੇ ਤੇ ਟਰਾਂਸਪੇਰੈਂਸੀ ਜਿਹੜੀ ਹੈ ਲੈ ਕੇ ਆਉਣੀ ਚਾਹੀਦੀ ਹੈ ਤਾਂ ਕਿ ਲੋਕਾਂ ਨੂੰ ਉਹਨਾਂ ਦੀ ਫਾਈਲਸ ਦੇ ਬਾਰੇ ਅਪਡੇਟ ਮਿਲਦੀ ਰਹੇ। ਕੋਰੋਨਾ ਪੈਂਡੈਮਿਕ ਦਾ ਅਸਰ ਇਮੀਗ੍ਰੇਸ਼ਨ ਦੇ ਉੱਪਰ ਵੀ ਦੇਖਣ ਨੂੰ ਮਿਲਿਆ। ਇਸ ਪੈਂਡੈਮਿਕ ਦੌਰਾਨ ਐਪਲੀਕੇਸ਼ਨਸ ਦਾ ਕਾਫੀ ਬੈਕਲੌਗ ਇਕੱਠਾ ਹੋ ਗਿਆ। ਹੁਣ ਇਸ ਬਾਰੇ ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕੈਨੇਡਾ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਮੈਂਬਰਸ ਦੇ ਵੱਲੋਂ ਇਮੀਗ੍ਰੇਸ਼ਨ ਮੰਤਰੀ ਦੇ ਨਾਲ ਓਪਨ ਲੈਟਰ ਸਾਂਝਾ ਕੀਤਾ ਗਿਆ। ਇਸ ਪੱਤਰ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਇਮੀਗ੍ਰੇਸ਼ਨ ਅੰਦਰ ਸੁਧਾਰ ਕਿਵੇਂ ਕੀਤਾ ਜਾਵੇ। ਦੱਸੀਏ ਕਿ ਕੰਜ਼ਰਵੇਟਿਵ ਪਾਰਟੀ ਤੋਂ ਜਸਰਾਜ ਸਿੰਘ ਹੱਲਣ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਤੋਂ ਜੈਨੀ ਇਮੀਗ੍ਰੇਸ਼ਨ ਵਿਭਾਗ ਲਈ ਇਨਕੰਬੈਂਟ ਸ਼ੈਡੋ ਮਿਨਿਸਟਰ ਹਨ। ਹੁਣ ਇਹਨਾਂ ਦਾ ਕੰਮ ਹੋਵੇਗਾ ਕਿ ਇਮੀਗ੍ਰੇਸ਼ਨ ਤੇ ਸਿਟੀਜ਼ਨਸ਼ਿਪ ਦੀ ਸਟੈਂਡਿੰਗ ਕਮੇਟੀ ਦੇ ਵਿੱਚ ਪਾਰਟਿਸਿਪੇਟ ਕਰਨ। ਜੋ ਓਪਨ ਲੈਟਰ ਨਿਊ ਡੈਮੋਕ੍ਰੈਟਿਕ ਪਾਰਟੀ ਦੀ ਮੈਂਬਰ ਦੇ ਵੱਲੋਂ ਸਾਂਝਾ ਕੀਤਾ ਗਿਆ ਉਸ ਦੇ ਵਿੱਚ ਉਹਨਾਂ ਨੇ ਕਈ ਗੱਲਾਂ ਦਾ ਜ਼ਿਕਰ ਕੀਤਾ। ਜੈਨੀ ਵੱਲੋਂ ਕਿਹਾ ਗਿਆ ਕਿ ਪੈਂਡੈਮਿਕ ਦੇ ਕਾਰਨ ਕਾਫੀ ਜ਼ਿਆਦਾ ਬੈਕਲੌਗ ਇਕੱਠਾ ਹੋ ਗਿਆ। ਸਾਬਕਾ ਇਮੀਗ੍ਰੇਸ਼ਨ ਮੰਤਰੀ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਉਹ ਇਮੀਗ੍ਰੇਸ਼ਨ ਸਿਸਟਮ ਨੂੰ ਮਾਡਰਨਾਈਜ਼ ਕਰਨਗੇ। ਹੁਣ ਇਸ ਬਾਰੇ ਜੈਨੀ ਦਾ ਕਹਿਣਾ ਹੈ ਕਿ ਜੇਕਰ ਅਸੀਂ ਇਮੀਗ੍ਰੇਸ਼ਨ ਸਿਸਟਮ ਨੂੰ ਮਾਡਰਨਾਈਜ਼ ਕਰਨਾ ਹੈ ਤਾਂ ਇਸ ਦੇ ਵਾਸਤੇ 5 ਸਾਲ ਦਾ ਸਮਾਂ ਲੱਗੇਗਾ, ਪਰ ਮੌਜੂਦਾ ਸਮੇਂ ਜੋ ਪ੍ਰੋਸੈਸਿੰਗ ਦੇ ਵਿੱਚ ਸਮਾਂ ਲੱਗ ਰਿਹਾ ਉਸ ਦੇ ਕਾਰਨ ਕਈ ਪਰਿਵਾਰ ਇੱਕ ਦੂਸਰੇ ਤੋਂ ਦੂਰ ਬੈਠੇ ਹੋਏ ਹਨ। ਇਸ ਦਾ ਅਸਰ ਇਕਨੋਮਿਕ ਇਮੀਗ੍ਰੇਸ਼ਨ ਦੇ ਉੱਪਰ ਵੀ ਪੈ ਰਿਹਾ ਹੈ। ਇਸ ਪੱਤਰ ਦੇ ਵਿੱਚ ਜੈਨੀ ਵੱਲੋਂ ਜ਼ਿਕਰ ਕੀਤਾ ਗਿਆ ਕਿ ਜੋ 2020 ਦਾ ਬੈਕਲੌਗ ਹੈ ਇਸ ਨੂੰ ਸੋਲਵ ਕਰਨ ਦੇ ਵਾਸਤੇ 3 ਸਾਲ ਤੱਕ ਦਾ ਸਮਾਂ ਲੱਗ ਸਕਦਾ ਹੈ। ਇਸ ਵਾਸਤੇ ਹੁਣ ਜੈਨੀ ਵੱਲੋਂ ਇਮੀਗ੍ਰੇਸ਼ਨ ਮੰਤਰੀ ਦੇ ਆਫਿਸ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਬੈਕਲੌਗ ਦੇ ਬਾਰੇ ਸਾਰੀ ਜਾਣਕਾਰੀ ਸਾਂਝੀ ਕੀਤੀ ਜਾਵੇ। ਉਹਨਾਂ ਵੱਲੋਂ IRCC ਤੋਂ ਹੋਰ ਵੀ ਟਰਾਂਸਪੇਰੈਂਸੀ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਇਹ ਹੋਏਗਾ ਕਿ ਐਪਲੀਕੈਂਟਸ ਨੂੰ ਉਹਨਾਂ ਦੀ ਅਰਜ਼ੀ ਦੇ ਬਾਰੇ ਸਮੇਂ-ਸਮੇਂ ਦੇ ਉੱਪਰ ਜਾਣਕਾਰੀ ਮਿਲਦੀ ਰਹੇਗੀ। ਦੂਜੇ ਪਾਸੇ ਜਸਰਾਜ ਹੱਲਣ ਵੱਲੋਂ ਜੋ ਪੱਤਰ ਭੇਜਿਆ ਗਿਆ ਉਸ ਦੇ ਵਿੱਚ ਉਹਨਾਂ ਨੇ ਅਫਗਾਨ ਰਿਫਿਊਜੀਜ਼ ਦੇ ਉੱਪਰ ਫੋਕਸ ਕੀਤਾ ਹੈ, ਜਿਸ ਦੇ ਵਿੱਚ ਉਹਨਾਂ ਵੱਲੋਂ ਜ਼ਿਕਰ ਕੀਤਾ ਗਿਆ ਕਿ ਮਾਰਕੋ ਮੈਡੀਚੀਨੋ ਦੇ ਵੱਲੋਂ ਇਹ ਵਾਅਦਾ ਕੀਤਾ ਗਿਆ ਸੀ ਕਿ ਕੈਨੇਡਾ ਦੇ ਵਿੱਚ 40,000 ਦੇ ਕਰੀਬ ਅਫਗਾਨ ਰਿਫਿਊਜੀਜ਼ ਨੂੰ ਬੁਲਾਇਆ ਜਾਵੇਗਾ। ਦੱਸਣਯੋਗ ਹੈ ਕਿ ਉਧਰ ਦੂਜੇ ਪਾਸੇ ਐਪਲੀਕੈਂਟਸ ਦੇ ਵੱਲੋਂ ਵੀ ਲਗਾਤਾਰ ਇਸ ਗੱਲ ਨੂੰ ਲੈ ਕੇ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੀਆਂ ਅਰਜ਼ੀਆਂ ਨੂੰ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ। ਇਸ ਬਾਰੇ IRCC ਵੱਲੋਂ ਦੱਸਿਆ ਗਿਆ ਕਿ ਪੈਂਡੈਮਿਕ ਦੇ ਕਾਰਨ ਅਰਜ਼ੀਆਂ ਨੂੰ ਪ੍ਰੋਸੈਸ ਕਰਨ ਦੇ ਵਿੱਚ ਸਮਾਂ ਲੱਗ ਰਿਹਾ, ਪਰ ਦੂਜੇ ਪਾਸੇ ਸਪਾਊਸਲ ਵੀਜ਼ੇ ਵਾਲਿਆਂ ਵੱਲੋਂ ਵੀ ਲਗਾਤਾਰ ਸਵਾਲ ਪੁੱਛੇ ਜਾ ਰਹੇ ਹਨ। ਇਸ ਹਫ਼ਤੇ ਅਮਰੀਕਾ ਵੱਲੋਂ ਕੈਨੇਡਾ ਦੇ ਨਾਲ ਬਾਰਡਰ ਖੋਲ੍ਹ ਦਿੱਤਾ ਗਿਆ। ਹੁਣ ਕੈਨੇਡੀਅਨਸ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋ ਸਕਦੇ ਨੇ। ਪਹਿਲੇ ਹੀ ਦਿਨ ਦੇਖਣ ਦੇ ਵਿੱਚ ਮਿਲਿਆ ਕਿ ਕਾਫੀ ਲੰਬੀਆਂ ਲਾਈਨਾਂ ਨਜ਼ਰ ਆਈਆਂ ਜੋ ਕਿ ਅਮਰੀਕਾ ਵੱਲ ਜਾਣ ਵਾਲੀਆਂ ਸਨ। ਇਸ ਬਾਰੇ ਜੋ ਅਮਰੀਕਾ ਨੇ ਸ਼ਰਤ ਰੱਖੀ ਹੈ ਉਸ ਦੇ ਮੁਤਾਬਕ ਫੁੱਲੀ ਵੈਕਸੀਨੇਟਡ ਕੈਨੇਡੀਅਨਸ ਬਾਰਡਰ ਦੇ ਰਾਹੀਂ ਅਮਰੀਕਾ ਜਾ ਸਕਦੇ ਹਨ, ਜਿੱਥੇ ਉਹਨਾਂ ਨੂੰ ਨਾਨ ਐਸੈਂਸ਼ੀਅਲ ਟਰੈਵਲ ਦੀ ਇਜਾਜ਼ਤ ਦਿੱਤੀ ਗਈ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਕੈਨੇਡੀਅਨਸ ਦੇ ਵਾਸਤੇ ਅਮਰੀਕਾ ਨੇ ਬਾਰਡਰ ਖੋਲ੍ਹ ਦਿੱਤਾ, ਪਰ ਬਾਰਡਰ ਦੇ ਰਾਹੀਂ ਦਾਖਲੇ ਦੇ ਲਈ ਹੁਣ ਅਮਰੀਕਾ ਵੱਲੋਂ ਕੁਝ ਸ਼ਰਤਾਂ ਰੱਖੀਆਂ ਗਈਆਂ ਨੇ। ਕਰੀਬ 19 ਮਹੀਨਿਆਂ ਦੇ ਲੰਬੇ ਇੰਤਜ਼ਾਰ ਤੋਂ ਬਾਅਦ ਆਖਿਰਕਾਰ ਅੱਜ ਤੋਂ ਅਮਰੀਕਾ ਵੱਲੋਂ ਕੈਨੇਡੀਅਨਸ ਦੇ ਲਈ ਬਾਰਡਰ ਖੋਲ੍ਹ ਦਿੱਤਾ ਗਿਆ। ਹੁਣ ਕੈਨੇਡੀਅਨਸ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਗੈਰ ਜ਼ਰੂਰੀ ਯਾਤਰਾ ਕਰਨ ਦੇ ਵਾਸਤੇ ਜਾ ਸਕਦੇ ਹਨ। ਇਸ ਦੇ ਨਾਲ ਹੀ ਅੱਜ ਤੋਂ ਅਮਰੀਕਾ ਵੱਲੋਂ ਟੂਰਿਸਟ ਵੀਜ਼ਾ ਵਾਲਿਆਂ ਨੂੰ ਵੀ ਦਾਖਲੇ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਵੱਖ-ਵੱਖ ਦੇਸ਼ਾਂ ਦੇ ਯਾਤਰੀ ਹਵਾਈ ਸਫ਼ਰ ਕਰਕੇ ਅਮਰੀਕਾ ਦੇ ਵਿੱਚ ਆ ਸਕਣਗੇ। ਦੱਸ ਦਈਏ ਕਿ ਮਾਰਚ 2020 ਤੋਂ ਹੀ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਅਮਰੀਕਾ ਵੱਲੋਂ ਕੈਨੇਡੀਅਨਸ ਦੇ ਲਈ ਬਾਰਡਰ ਬੰਦ ਰੱਖਿਆ ਗਿਆ। ਅਮਰੀਕਾ ਵਾਲੇ ਪਾਸੇ ਵੀ ਲਗਾਤਾਰ ਮੰਗ ਕੀਤੀ ਜਾ ਰਹੀ ਸੀ ਕਿ ਹੁਣ ਬਾਰਡਰ ਖੋਲ੍ਹ ਦੇਣਾ ਚਾਹੀਦਾ ਹੈ, ਕਿਉਂਕਿ ਇਸ ਦਾ ਪ੍ਰਭਾਵ ਆਰਥਿਕਤਾ ਦੇ ਉੱਪਰ ਵੀ ਨਜ਼ਰ ਆ ਰਿਹਾ ਸੀ। ਹੁਣ ਜਿਹੜੇ ਕੈਨੇਡੀਅਨਸ ਅਮਰੀਕਾ ਦੇ ਵਿੱਚ ਬਾਰਡਰ ਦੇ ਰਾਹੀਂ ਜਾਣਗੇ ਉਹਨਾਂ ਵਾਸਤੇ ਜ਼ਰੂਰੀ ਹੈ ਕਿ ਉਹ ਫੁੱਲੀ ਵੈਕਸੀਨੇਟਡ ਹੋਣ। ਇਨ੍ਹਾਂ ਕੈਨੇਡੀਅਨਸ ਦੇ WHO ਵੱਲੋਂ ਮਾਨਤਾ ਪ੍ਰਾਪਤ ਕੋਵਿਡ-19 ਵੈਕਸੀਨ ਲੱਗੀ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਜਿਹੜੇ ਕੈਨੇਡੀਅਨਸ ਵੱਲੋਂ ਮਿਕਸਡ ਕੋਵਿਡ-19 ਵੈਕਸੀਨ ਲਗਾਈ ਗਈ ਉਹਨਾਂ ਨੂੰ ਵੀ ਦਾਖਲੇ ਦੀ ਇਜਾਜ਼ਤ ਹੋਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਉਮੀਦ ਕੀਤੀ ਜਾ ਰਹੀ ਸੀ ਕਿ ਅਮਰੀਕਾ ਤੇ ਕੈਨੇਡਾ ਇਕੱਠਿਆਂ ਹੀ ਬਾਰਡਰ ਖੋਲ੍ਹੇਗਾ, ਪਰ ਅਜਿਹਾ ਨਹੀਂ ਹੋ ਸਕਿਆ। ਕੈਨੇਡਾ ਵੱਲੋਂ ਅਗਸਤ ਮਹੀਨੇ ਤੋਂ ਹੀ ਫੁੱਲੀ ਵੈਕਸੀਨੇਟਡ ਅਮਰੀਕਨਸ ਦੇ ਵਾਸਤੇ ਬਾਰਡਰ ਖੋਲ੍ਹ ਦਿੱਤਾ ਗਿਆ, ਪਰ ਇਸ ਤੋਂ ਬਾਅਦ ਵੀ ਅਮਰੀਕਾ ਵੱਲੋਂ ਲਗਾਤਾਰ ਸਖਤੀ ਦਿਖਾਈ ਜਾ ਰਹੀ ਸੀ। ਕੈਨੇਡੀਅਨਸ ਵੀ ਮੰਗ ਕਰ ਰਹੇ ਸਨ ਕਿ ਬਾਰਡਰ ਨੂੰ ਜਲਦ ਖੋਲ੍ਹ ਦੇਣਾ ਚਾਹੀਦਾ ਹੈ ਤਾਂ ਕਿ ਉਹ ਬਾਰਡਰ ਦੇ ਰਾਹੀਂ ਅਮਰੀਕਾ ਦੇ ਵਿੱਚ ਦਾਖਲ ਹੋ ਸਕਣ। ਇੱਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਜਾਣ ਦੇ ਉੱਪਰ ਟੈਸਟ ਦੀ ਜ਼ਰੂਰਤ ਨਹੀਂ ਹੋਵੇਗੀ, ਪਰ ਜਦੋਂ ਕੈਨੇਡਾ ਵਾਪਸ ਆਉਣਾ ਹੈ ਤਾਂ ਇੱਥੇ ਟੈਸਟ ਜ਼ਰੂਰੀ ਹੈ। ਜਿਹੜੇ ਯਾਤਰੀ ਕੁਝ ਸਮਾਂ ਹੀ ਅਮਰੀਕਾ ਜਾ ਰਹੇ ਹਨ ਉਹ ਆਪਣਾ ਕੋਵਿਡ ਦਾ PCR ਟੈਸਟ ਕਰਵਾ ਕੇ ਕੈਨੇਡਾ ਆ ਸਕਦੇ ਹਨ। ਇਹ ਟੈਸਟ 72 ਘੰਟੇ ਦੌਰਾਨ ਕਰਵਾਇਆ ਹੋਣਾ ਚਾਹੀਦਾ ਹੈ।
ਇਸ ਦੇ ਨਾਲ ਹੀ ਦੱਸ ਦਈਏ ਕਿ ਜੇਕਰ ਕੋਈ ਯਾਤਰੀ ਇਸ ਨਿਯਮ ਦਾ ਉਲੰਘਣ ਕਰੇਗਾ ਤਾਂ ਉਸ ਨੂੰ $5000 ਤੱਕ ਦਾ ਜੁਰਮਾਨਾ ਹੋ ਸਕਦਾ ਹੈ। ਫੈਡਰਲ ਸਰਕਾਰ ਵੱਲੋਂ ਇਸ ਬਾਰੇ ਜੋ ਜਾਣਕਾਰੀ ਸਾਂਝੀ ਕੀਤੀ ਗਈ ਉਸ ਦੇ ਮੁਤਾਬਕ ਹੁਣ ਤੱਕ ਨਿਯਮ ਦਾ ਉਲੰਘਣ ਕਰਨ ਦੇ ਕਰਕੇ 1708 ਦੇ ਕਰੀਬ ਯਾਤਰੀਆਂ ਨੂੰ ਜੁਰਮਾਨਾ ਲਗਾਇਆ ਜਾ ਚੁੱਕਿਆ ਹੈ। ਜਿਹੜੇ ਕੈਨੇਡੀਅਨਸ ਵਾਪਸ ਦੇਸ਼ ਜਾਣਗੇ, ਜੇਕਰ ਉਹ ਫੁੱਲੀ ਵੈਕਸੀਨੇਟਡ ਹਨ ਤਾਂ ਉਹਨਾਂ ਨੂੰ ਕੁਆਰੰਟੀਨ ਦੀ ਜ਼ਰੂਰਤ ਨਹੀਂ ਹੋਵੇਗੀ। 12 ਸਾਲ ਤੋਂ ਘੱਟ ਉਮਰ ਦੇ ਬਿਨਾਂ ਵੈਕਸੀਨੇਸ਼ਨ ਬੱਚਿਆਂ ਨੂੰ ਵੀ ਕੁਆਰੰਟੀਨ ਤੋਂ ਰਾਹਤ ਦਿੱਤੀ ਗਈ ਹੈ, ਪਰ ਉਹ 14 ਦਿਨਾਂ ਤੱਕ ਸਕੂਲ, ਡੇ ਕੇਅਰ ਜਾਂ ਕੈਂਪ ਵਰਗੀਆਂ ਥਾਵਾਂ ਦੇ ਉੱਪਰ ਨਹੀਂ ਜਾ ਸਕਣਗੇ। ਇੰਨਾ ਹੀ ਨਹੀਂ, ਅਮਰੀਕਾ ਵੱਲੋਂ ਹਵਾਈ ਸਫ਼ਰ ਵਾਸਤੇ ਵੀ ਅੱਜ ਤੋਂ ਨਵੇਂ ਨਿਯਮ ਲਾਗੂ ਕੀਤੇ ਜਾ ਰਹੇ ਹਨ। ਓਨਟਾਰੀਓ ਵੱਲੋਂ ਜੋ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ ਸੀ, ਉਸ ਦੇ ਅਗਲੇ ਪੜਾਅ ਦੇ ਉੱਪਰ ਕੁਝ ਸਮੇਂ ਦੇ ਲਈ ਰੋਕ ਲਗਾ ਦਿੱਤੀ ਗਈ ਹੈ। ਓਨਟਾਰੀਓ ਵੱਲੋਂ 28 ਦਿਨਾਂ ਦੇ ਲਈ ਅਗਲੇ ਪੜਾਅ ਦੇ ਉੱਪਰ ਪੌਜ਼ ਲਗਾਇਆ ਗਿਆ। ਇਸ ਦੇ ਵਾਸਤੇ ਜੋ ਕਾਰਨ ਸਰਕਾਰ ਵੱਲੋਂ ਦੱਸਿਆ ਗਿਆ, ਉਸ ਦੇ ਮੁਤਾਬਕ ਜੋ ਓਨਟਾਰੀਓ ਦੇ ਵਿੱਚ ਇਸ ਸਮੇਂ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਜਾ ਰਹੇ ਨੇ ਤੇ ਮੌਜੂਦਾ ਸਥਿਤੀ ਜੋ ਬਣੀ ਹੋਈ ਹੈ, ਸਭ ਨੂੰ ਧਿਆਨ ਵਿੱਚ ਰੱਖਦਿਆਂ ਹੁਣ ਸਰਕਾਰ ਵੱਲੋਂ ਇੱਕ ਕਦਮ ਚੁੱਕਿਆ ਜਾ ਰਿਹਾ ਹੈ। ਓਨਟਾਰੀਓ ਤੋਂ ਰੀਓਪਨਿੰਗ ਪਲਾਨ ਦੇ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ, ਜਿਸ ਦੇ ਮੁਤਾਬਕ ਹੁਣ ਓਨਟਾਰੀਓ ਵੱਲੋਂ ਅਗਲੇ ਰੀਓਪਨਿੰਗ ਪਲਾਨ ਦੇ ਸਟੈਪ ਦੇ ਉੱਪਰ ਕੁਝ ਸਮੇਂ ਦੇ ਲਈ ਪੌਜ਼ ਲਗਾ ਦਿੱਤਾ ਗਿਆ ਹੈ। ਦਰਅਸਲ ਓਨਟਾਰੀਓ ਦੇ ਵਿੱਚ ਜੋ ਹੁਣ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਲੱਗੇ ਨੇ, ਉਸ ਨੂੰ ਧਿਆਨ ਵਿੱਚ ਰੱਖਦਿਆਂ ਪ੍ਰੋਵਿੰਸ ਦੇ ਵੱਲੋਂ ਰੀਓਪਨਿੰਗ ਪਲਾਨ ਦੇ ਅਗਲੇ ਪੜਾਅ ਦੇ ਉੱਪਰ ਰੋਕ ਲਗਾ ਦਿੱਤੀ ਹੈ। ਜੋ ਓਨਟਾਰੀਓ ਵੱਲੋਂ ਯੋਜਨਾ ਸਾਂਝੀ ਕੀਤੀ ਗਈ ਸੀ, ਉਸ ਦੇ ਮੁਤਾਬਕ ਨਵੰਬਰ 15 ਤੋਂ ਜਿਹੜੀਆਂ ਹਾਈ ਰਿਸਕ ਸੈਟਿੰਗਸ ਦੇ ਵਿੱਚ ਪ੍ਰੂਫ ਆਫ ਵੈਕਸੀਨੇਸ਼ਨ ਮੰਗਿਆ ਜਾਂਦਾ ਹੈ, ਉਥੋਂ ਕੈਪੈਸਿਟੀ ਲਿਮਿਟ ਹਟਾਈ ਜਾਣੀ ਸੀ। ਪਰ ਹੁਣ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਇਸ ਪੜਾਅ ਨੂੰ ਅਗਲੇ 28 ਦਿਨਾਂ ਦੇ ਲਈ ਹੋਰ ਅੱਗੇ ਪਾ ਦਿੱਤਾ ਗਿਆ ਹੈ। ਓਨਟਾਰੀਓ ਦੇ ਰੀਓਪਨਿੰਗ ਪਲਾਨ ਦੇ ਵਿੱਚ ਹੋਰ ਕੋਈ ਬਦਲਾਵ ਨਹੀਂ ਕੀਤਾ ਜਾਵੇਗਾ। ਹੈਲਥ ਆਫੀਸ਼ੀਅਲਸ ਦੇ ਵੱਲੋਂ ਜੋ ਜਾਣਕਾਰੀ ਸਾਂਝੀ ਕੀਤੀ ਗਈ, ਉਸ ਦੇ ਵਿੱਚ ਉਹਨਾਂ ਦੱਸਿਆ ਕਿ ਪਹਿਲਾਂ ਦੇ ਮੁਕਾਬਲੇ ਹੁਣ ਓਨਟਾਰੀਓ ਦੇ ਵਿੱਚ ਕੋਰੋਨਾ ਦੇ ਮਾਮਲੇ ਵਧਣ ਲੱਗੇ ਹਨ। ਪਿਛਲੇ ਕੁਝ ਦਿਨਾਂ ਦੌਰਾਨ ਇਹ ਵੀ ਦੇਖਿਆ ਗਿਆ ਕਿ 500 ਤੋਂ ਵੱਧ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਏ। ਇਸ ਨੂੰ ਲੈ ਕੇ ਹੁਣ ਚਿੰਤਾ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਓਨਟਾਰੀਓ ਵੱਲੋਂ ਕੋਰੋਨਾ ਵਾਇਰਸ ਦੇ ਹਾਲਾਤਾਂ ਨੂੰ ਦੇਖਦਿਆਂ ਆਪਣਾ ਰੀਓਪਨਿੰਗ ਪਲਾਨ ਸਾਂਝਾ ਕੀਤਾ ਗਿਆ ਸੀ, ਜਿਸ ਦੇ ਮੁਤਾਬਕ ਹੌਲੀ-ਹੌਲੀ ਪ੍ਰੋਵਿੰਸ ਦੇ ਵੱਲੋਂ ਜੋ ਪਾਬੰਦੀਆਂ ਲਗਾਈਆਂ ਗਈਆਂ, ਉਹਨਾਂ ਵਿੱਚ ਢਿੱਲ ਦਿੱਤੀ ਜਾ ਰਹੀ ਹੈ। ਇਸ ਰੀਓਪਨਿੰਗ ਪਲਾਨ ਦੇ ਅਗਲੇ ਪੜਾਅ ਦੇ ਮੁਤਾਬਕ 15 ਨਵੰਬਰ ਤੋਂ ਕੁਝ ਥਾਵਾਂ ਤੋਂ ਜੋ ਕੈਪੈਸਿਟੀ ਲਿਮਿਟ ਸੀ, ਉਸ ਨੂੰ ਹਟਾਇਆ ਜਾਣਾ ਸੀ, ਪਰ ਕਿਉਂਕਿ ਇੱਥੇ ਕੋਰੋਨਾ ਦੇ ਮਾਮਲੇ ਇੱਕ ਵਾਰ ਫਿਰ ਤੋਂ ਰਫ਼ਤਾਰ ਫੜਨ ਲੱਗੇ ਨੇ, ਇਸ ਦੇ ਕਾਰਨ ਇਸ ਨੂੰ ਅੱਗੇ ਪਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਰਿਮੈਂਬਰੈਂਸ ਡੇ ਦੇ ਮੌਕੇ ਦੇ ਉੱਪਰ ਇੱਕ ਖਾਸ ਸੁਨੇਹਾ ਜਾਰੀ ਕੀਤਾ ਗਿਆ, ਜਿਸ ਦੀ ਵੀਡੀਓ ਉਹਨਾਂ ਨੇ ਸੋਸ਼ਲ ਮੀਡੀਆ ਦੇ ਉੱਪਰ ਸਾਂਝੀ ਕੀਤੀ। ਇਸ ਦੌਰਾਨ ਉਹਨਾਂ ਵੱਲੋਂ ਕਈ ਕੈਨੇਡੀਅਨਸ ਨੂੰ ਯਾਦ ਕੀਤਾ ਗਿਆ, ਜਿਨ੍ਹਾਂ ਨੇ ਦੇਸ਼ ਦੇ ਲਈ ਸੈਕਰੀਫਾਈਸ ਕੀਤਾ। ਕੈਨੇਡਾ ਦੇ ਵਿੱਚ ਅੱਜ ਰਿਮੈਂਬਰੈਂਸ ਡੇ ਮਨਾਇਆ ਗਿਆ, ਜਿਸ ਬਾਰੇ ਜਸਟਿਨ ਟਰੂਡੋ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੈਟਰਨ ਡੇ ਦੇ ਮੌਕੇ ਦੇ ਉੱਪਰ ਇੱਕ ਸੰਦੇਸ਼ ਜਾਰੀ ਕੀਤਾ ਗਿਆ, ਜਿਸ ਦੇ ਵਿੱਚ ਉਹਨਾਂ ਵੱਲੋਂ ਵੈਟਰਨਸ ਨੂੰ ਟ੍ਰਿਬਿਊਟ ਦਿੱਤਾ ਗਿਆ, ਜਿਨ੍ਹਾਂ ਵੱਲੋਂ ਆਪਣੀ ਬਹਾਦਰੀ ਦਿਖਾਈ ਗਈ। ਇਸ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਵੈਟਰਨਸ ਦੇ ਵੱਲੋਂ ਵੈਲਿਊਜ਼ ਨੂੰ ਪ੍ਰੋਟੈਕਟ ਕੀਤਾ ਗਿਆ ਤੇ ਉਹਨਾਂ ਨੇ ਸਾਨੂੰ ਸੁਰੱਖਿਅਤ ਰੱਖਿਆ। ਇਸ ਦੌਰਾਨ ਉਹਨਾਂ ਵੱਲੋਂ ਹੋਰ ਕੀ ਕਿਹਾ ਗਿਆ, ਆਓ ਤੁਹਾਨੂੰ ਸੁਣਾਉਂਦੇ ਹਾਂ। Hello everyone. Generation after generation, Canadians have served and sacrificed as members of the armed forces. And today, we honor the brave women and men in uniform who serve and defend our country now and throughout our history. We pay tribute to our veterans, to those who've been injured in the line of duty, and to all of those who've made the ultimate sacrifice for our freedom, our peace, and our democracy. We owe so much to those who bravely serve, to our veterans, to the fallen, and to the families who love and support them. They are parents, siblings, and friends. And every day, generation after generation, they have stepped up and put their lives at risk to make our country more prosperous, secure, and free. And the past year and a half has been no different. In the middle of the COVID-19 pandemic, members of the Canadian Armed Forces once again answered the call of duty, risking their safety for the good of others. Time and time again, they show us the meaning of service and sacrifice, and we know there is more to do to support them too, like ensuring that the leadership and the culture of our Canadian Armed Forces are worthy of the extraordinary women and men who choose to serve. So this November, like every one before, we will show our gratitude and respect for their courage by holding them close to our hearts in the form of a poppy. And on the 11th hour, we will honor the depths of their sacrifice with a moment of silence. For those who were lost,
both today and yesterday, we will take the time to remember. ਇਸ ਹਫਤੇ ਵੈਕਸੀਨੇਸ਼ਨ ਦੇ ਨਾਲ ਸੰਬੰਧਿਤ ਜੋ ਜਾਣਕਾਰੀ ਸਾਹਮਣੇ ਆਈ ਉਸ ਦੇ ਮੁਤਾਬਕ ਬੱਚਿਆਂ ਦੇ ਲਈ ਕੋਵਿਡ-19 ਵੈਕਸੀਨ ਨੂੰ ਹੈਲਥ ਕੈਨੇਡਾ ਵੱਲੋਂ 1 ਜਾਂ ਫਿਰ 2 ਹਫ਼ਤੇ ਦੇ ਵਿੱਚ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਦੱਸ ਦਈਏ ਕਿ ਮਨਜ਼ੂਰੀ ਮਿਲਣ ਤੋਂ ਬਾਅਦ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਕੈਨੇਡਾ ਦੇ ਵਿੱਚ ਇਹ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਅਮਰੀਕਾ ਦੇ ਵਿੱਚ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੇ ਲਈ ਹਰੀ ਝੰਡੀ ਦੇ ਦਿੱਤੀ ਗਈ ਹੈ, ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਹੈਲਥ ਕੈਨੇਡਾ ਵੱਲੋਂ ਫਾਈਜ਼ਰ ਦੇ ਇਸ ਟੀਕੇ ਨੂੰ 2 ਹਫ਼ਤਿਆਂ ਦੌਰਾਨ ਮਨਜ਼ੂਰੀ ਦਿੱਤੀ ਜਾ ਸਕੇਗੀ। ਇਸ ਬਾਰੇ ਹੈਲਥ ਕੈਨੇਡਾ ਦੇ ਚੀਫ ਮੈਡੀਕਲ ਐਡਵਾਈਜ਼ਰ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ, ਜਿਨ੍ਹਾਂ ਦੱਸਿਆ ਹੈ ਕਿ ਕੈਨੇਡਾ ਦੇ ਵਿੱਚ ਜੋ ਫਾਈਜ਼ਰ ਦੇ ਟੀਕੇ ਨੂੰ ਲੈ ਕੇ ਡਾਟਾ ਰਿਵਿਊ ਕੀਤਾ ਜਾ ਰਿਹਾ ਹੈ ਉਸ ਨੂੰ ਅਗਲੇ 1 ਜਾਂ ਫਿਰ 2 ਹਫ਼ਤਿਆਂ ਦੇ ਵਿੱਚ ਮਨਜ਼ੂਰੀ ਮਿਲ ਸਕਦੀ ਹੈ, ਜਿਸ ਤੋਂ ਬਾਅਦ ਕੈਨੇਡਾ ਦੇ ਵਿੱਚ ਵੀ 5 ਸਾਲ ਤੋਂ 11 ਸਾਲ ਦੇ ਬੱਚਿਆਂ ਨੂੰ ਵੈਕਸੀਨ ਲਗਾਉਣ ਦੀ ਸ਼ੁਰੂਆਤ ਕਰ ਦਿੱਤੀ ਜਾਵੇਗੀ। ਜਾਣਕਾਰੀ ਦੇ ਲਈ ਦੱਸ ਦਈਏ ਕਿ ਫਾਈਜ਼ਰ ਵੱਲੋਂ 5 ਸਾਲ ਤੋਂ 11 ਸਾਲ ਦੇ ਬੱਚਿਆਂ ਦੇ ਉੱਪਰ ਵੈਕਸੀਨੇਸ਼ਨ ਦਾ ਕਲੀਨਿਕਲ ਟ੍ਰਾਇਲ ਕਰਵਾਇਆ ਗਿਆ। ਇਸ ਟ੍ਰਾਇਲ ਦੇ ਵਿੱਚ ਇਹ ਟੀਕਾ ਬੱਚਿਆਂ ਦੇ ਉੱਪਰ ਸੁਰੱਖਿਅਤ ਪਾਇਆ ਗਿਆ, ਜਿਸ ਤੋਂ ਬਾਅਦ ਡਾਟਾ ਹੈਲਥ ਕੈਨੇਡਾ ਅਤੇ ਅਮਰੀਕਾ ਨੂੰ ਭੇਜਿਆ ਗਿਆ। ਅਮਰੀਕਾ ਵੱਲੋਂ ਇਸ ਟੀਕੇ ਨੂੰ ਬੱਚਿਆਂ ਵਾਸਤੇ ਮਨਜ਼ੂਰ ਕਰ ਲਿਆ ਗਿਆ, ਪਰ ਫਿਲਹਾਲ ਹੈਲਥ ਕੈਨੇਡਾ ਵੱਲੋਂ ਡਾਟਾ ਨੂੰ ਰਿਵਿਊ ਕੀਤਾ ਜਾ ਰਿਹਾ ਹੈ ਤੇ ਹੁਣ ਉਮੀਦ ਜਤਾਈ ਜਾ ਰਹੀ ਹੈ ਕਿ 1 ਜਾਂ ਫਿਰ 2 ਹਫ਼ਤਿਆਂ ਦੇ ਵਿੱਚ ਹੀ ਬੱਚਿਆਂ ਦੇ ਲਈ ਵੈਕਸੀਨ ਨੂੰ ਮਨਜ਼ੂਰੀ ਮਿਲ ਸਕਦੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਿਹੜੀ ਬੱਚਿਆਂ ਨੂੰ ਵੈਕਸੀਨ ਲਗਾਈ ਜਾਏਗੀ ਉਸ ਦੀ ਡੋਜ਼ ਪਹਿਲਾਂ ਦੇ ਮੁਕਾਬਲੇ ਛੋਟੀ ਹੋਵੇਗੀ, ਜਿਸ ਦਾ ਮਤਲਬ ਹੈ ਕਿ ਅਡਲਟਸ ਦੇ ਮੁਕਾਬਲੇ ਬੱਚਿਆਂ ਨੂੰ ਘੱਟ ਡੋਜ਼ ਲਗਾਈ ਜਾਏਗੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਹਾਲ ਹੀ ਦੇ ਵਿੱਚ ਡਾਕਟਰ ਟੀਮ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਕੈਨੇਡਾ ਦੇ ਵਿੱਚ ਪਹਿਲਾਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲੇ ਘਟਣ ਲੱਗੇ ਹਨ, ਪਰ ਦੂਜੇ ਪਾਸੇ ਬੱਚਿਆਂ ਦੇ ਵਿੱਚ ਇਸ ਸਮੇਂ ਵਾਇਰਸ ਦਾ ਫੈਲਾਅ ਦੇਖਿਆ ਜਾ ਰਿਹਾ ਹੈ। ਇਸ ਦਾ ਕਾਰਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਬੱਚਿਆਂ ਨੂੰ ਅਜੇ ਵੈਕਸੀਨ ਲਗਾਉਣ ਦੀ ਸ਼ੁਰੂਆਤ ਨਹੀਂ ਕੀਤੀ ਗਈ, ਜਿਸ ਤੋਂ ਬਾਅਦ ਬੱਚੇ ਵੀ ਹੁਣ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਰਹੇ ਨੇ। ਡਾਕਟਰ ਟੀਮ ਵੱਲੋਂ ਉਮੀਦ ਪ੍ਰਗਟਾਈ ਗਈ ਹੈ ਕਿ ਜਦੋਂ ਬੱਚਿਆਂ ਨੂੰ ਇਹ ਵੈਕਸੀਨ ਲੱਗ ਜਾਏਗੀ ਤਾਂ ਫਿਰ ਉਹਨਾਂ ਨੂੰ ਵੀ ਕੋਰੋਨਾ ਤੋਂ ਪ੍ਰੋਟੈਕਸ਼ਨ ਮਿਲ ਜਾਵੇਗੀ। ਕੈਨੇਡਾ ਵੱਲੋਂ 5 ਮਹੀਨੇ ਤੋਂ ਵੱਧ ਸਮਾਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਰੱਖੀ, ਪਰ ਫਿਰ ਵੀ ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਦੇ ਵਿੱਚ ਰੁਚੀ ਘੱਟ ਨਹੀਂ ਹੋਈ। ਯਾਤਰੀ ਲਗਾਤਾਰ ਭਾਰਤ ਤੋਂ ਕੈਨੇਡਾ ਜਾ ਰਹੇ ਨੇ। ਇਸ ਸਥਿਤੀ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਜੋ ਇਮੀਗ੍ਰੇਸ਼ਨ ਦਾ ਰਿਕਾਰਡ ਹੈ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਾਰ ਭਾਰਤੀਆਂ ਵੱਲੋਂ ਤੋੜਿਆ ਜਾਵੇਗਾ। ਕਿ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ, ਪੂਰੀ ਜਾਣਕਾਰੀ ਤੁਹਾਨੂੰ ਦਵਾਂਗੇ ਇਸ ਖਬਰ ਦੇ ਵਿੱਚ। ਇਸ ਸਾਲ ਕੈਨੇਡਾ ਦੇ ਵਿੱਚ ਭਾਰਤੀ ਇਮੀਗ੍ਰੇਸ਼ਨ ਰਿਕਾਰਡ ਤੋੜ ਸਕਦੀ ਹੈ। ਜੀ ਹਾਂ, 5 ਮਹੀਨੇ ਤੋਂ ਵੱਧ ਸਮੇਂ ਕੈਨੇਡਾ ਦੇ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਨਾਂ ਦੇ ਉੱਪਰ ਰੋਕ ਲਗਾਈ ਗਈ, ਪਰ ਫਿਰ ਵੀ ਇਸ ਦਾ ਅਸਰ ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਦੇ ਉੱਪਰ ਨਹੀਂ ਪਿਆ। ਹੁਣ ਜਿਸ ਤਰ੍ਹਾਂ ਭਾਰਤ ਤੋਂ ਯਾਤਰੀ ਕੈਨੇਡਾ ਜਾਂਦੇ ਹਨ ਉਸ ਨੂੰ ਦੇਖ ਕੇ ਪਤਾ ਚੱਲਦਾ ਹੈ ਕਿ ਇਸ ਸਾਲ ਕੈਨੇਡਾ ਦੇ ਵਿੱਚ ਭਾਰਤੀ ਇਮੀਗ੍ਰੇਸ਼ਨ ਦਾ ਰਿਕਾਰਡ ਟੁੱਟ ਸਕਦਾ ਹੈ। ਜੋ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਇਸ ਸਾਲ ਦੇ ਅਗਸਤ ਮਹੀਨੇ ਤੱਕ 69,014 ਇੰਡੀਅਨ ਨੈਸ਼ਨਲਸ ਕੈਨੇਡਾ ਦੇ ਵਿੱਚ ਪੀਆਰ ਹੋਏ ਨੇ, ਜਦਕਿ 2020 ਦੇ ਵਿੱਚ ਇਹ ਗਿਣਤੀ 37,125 ਦੀ ਸੀ। ਹੁਣ ਦੇਖ ਕੇ ਲੱਗਦਾ ਹੈ ਕਿ 2021 ਦੇ ਵਿੱਚ ਇਹ ਗਿਣਤੀ ਹੋਰ ਵੀ ਵੱਧ ਸਕਦੀ ਹੈ। ਪੈਂਡੈਮਿਕ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ 2019 ਦੇ ਵਿੱਚ 84,114 ਕੈਨੇਡਾ ਦੇ ਵਿੱਚ ਪੀਆਰ ਹੋਏ। ਹੁਣ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਵੀ ਸਮੇਂ-ਸਮੇਂ ਦੇ ਉੱਪਰ ਕਈ ਕਦਮ ਚੁੱਕੇ ਜਾਂਦੇ ਨੇ ਤਾਂ ਕਿ ਜਿਹੜੇ ਟੈਂਪਰੇਰੀ ਰੈਜ਼ੀਡੈਂਟ ਨੇ ਉਹਨਾਂ ਨੂੰ ਪੀਆਰ ਹਾਸਲ ਕਰਨ ਦਾ ਮੌਕਾ ਦਿੱਤਾ ਜਾਵੇ। ਮਈ ਦੌਰਾਨ ਇੱਕ ਅਜਿਹਾ ਹੀ ਪ੍ਰੋਗਰਾਮ ਲਿਆਂਦਾ ਗਿਆ ਜਿਸ ਦੇ ਵਿੱਚ 90,000 ਦੇ ਕਰੀਬ ਟੀਆਰ ਨੂੰ ਪੀਆਰ ਦਾ ਮੌਕਾ ਦਿੱਤਾ ਗਿਆ। ਦੱਸ ਦਈਏ ਕਿ 2017 ਤੋਂ ਹੀ ਭਾਰਤ ਕੈਨੇਡਾ ਦੇ ਵਿੱਚ ਇੱਕ ਸਭ ਤੋਂ ਵੱਡਾ ਪੀਆਰ ਦਾ ਸੋਰਸ ਕੰਟਰੀ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸਾਲ 2021 ਤੋਂ ਲੈ ਕੇ ਸਾਲ 2023 ਤੱਕ ਦਾ ਇਮੀਗ੍ਰੇਸ਼ਨ ਲੈਵਲਸ ਪਲਾਨ ਕੈਨੇਡਾ ਦੇ ਵੱਲੋਂ ਸਾਂਝਾ ਕੀਤਾ ਗਿਆ। ਇਸ ਸਾਲ 4 ਲੱਖ ਤੋਂ ਵੱਧ ਇਮੀਗ੍ਰੈਂਟਸ ਦੇ ਸਵਾਗਤ ਦਾ ਟੀਚਾ ਰੱਖਿਆ ਗਿਆ, ਜੋ ਅਜੇ ਤੱਕ ਪੂਰਾ ਨਹੀਂ ਹੋ ਸਕਿਆ। ਉਮੀਦ ਕੀਤੀ ਜਾ ਰਹੀ ਹੈ ਕਿ ਜਲਦ ਇਹ ਟਾਰਗੇਟ ਪੂਰਾ ਕਰ ਲਿਆ ਜਾਏਗਾ। ਇਸ ਦੇ ਨਾਲ ਹੀ ਦੱਸ ਦਈਏ ਕਿ ਪਿਛਲੇ ਸਾਲ ਦਾ ਜੋ ਟਾਰਗੇਟ ਸੀ ਉਹ ਕੋਰੋਨਾ ਪੈਂਡੈਮਿਕ ਦੇ ਕਾਰਨ ਪੂਰਾ ਨਹੀਂ ਹੋ ਸਕਿਆ। ਇਮੀਗ੍ਰੇਸ਼ਨ ਦੇ ਬਾਰੇ ਇੱਕ ਸਰਵੇ ਸਾਹਮਣੇ ਆਇਆ ਜਿਸ ਦੇ ਵਿੱਚ ਜ਼ਿਆਦਾਤਰ ਲੋਕ ਇਮੀਗ੍ਰੇਸ਼ਨ ਦੇ ਪੱਖ ਦੇ ਵਿੱਚ ਨੇ। ਸਰਵੇ ਦੇ ਵਿੱਚ ਪਤਾ ਚੱਲਿਆ ਕਿ ਜ਼ਿਆਦਾਤਰ ਕੈਨੇਡੀਅਨਸ ਚਾਹੁੰਦੇ ਨੇ ਕਿ ਜਿਹੜਾ ਇਮੀਗ੍ਰੇਸ਼ਨ ਦੇ ਉੱਪਰ ਫੋਕਸ ਕੈਨੇਡਾ ਸਰਕਾਰ ਵੱਲੋਂ ਕੀਤਾ ਜਾਵੇ ਤੇ ਆਬਾਦੀ ਦੇ ਵਿੱਚ ਵਾਧਾ ਕੀਤਾ ਜਾਵੇ। ਕਈ ਲੋਕ ਇਸ ਦੇ ਪੱਖ ਦੇ ਵਿੱਚ ਨਹੀਂ ਨਜ਼ਰ ਵੀ ਆਏ ਨੇ ਤੇ ਹੁਣ ਇਸ ਸਰਵੇ ਦੇ ਵਿੱਚ ਹੋਰ ਕਿਹੜੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਤੁਹਾਨੂੰ ਦੱਸਾਂਗੇ ਇਸ ਖਬਰ ਦੇ ਵਿੱਚ। ਪੈਂਡੈਮਿਕ ਦੇ ਬਾਵਜੂਦ ਵੀ ਵੱਡੀ ਗਿਣਤੀ ਕੈਨੇਡੀਅਨਸ ਅਜਿਹੇ ਹਨ ਜੋ ਇਮੀਗ੍ਰੇਸ਼ਨ ਦੇ ਬਾਰੇ ਪੋਜ਼ਿਟਿਵ ਵਿਊਜ਼ ਰੱਖਦੇ ਹਨ। ਇਸ ਬਾਰੇ ਇੱਕ ਨਵੇਂ ਸਰਵੇ ਤੋਂ ਜਾਣਕਾਰੀ ਸਾਹਮਣੇ ਆਈ। ਐਨਵਾਇਰੋਨਿਕਸ ਇੰਸਟੀਚਿਊਟ ਦੇ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਜਿਸ ਦੇ ਵਿੱਚ ਸਤੰਬਰ 7 ਤੋਂ ਲੈ ਕੇ ਸਤੰਬਰ 23, 2021 ਦੌਰਾਨ 2000 ਕੈਨੇਡੀਅਨਸ ਨੂੰ ਇੰਟਰਵਿਊ ਕੀਤਾ ਗਿਆ, ਜਿੱਥੇ ਉਹਨਾਂ ਦੇ ਇਮੀਗ੍ਰੇਸ਼ਨ ਤੇ ਰਿਫਿਊਜੀਜ਼ ਨੂੰ ਲੈ ਕੇ ਜੋ ਵਿਊਜ਼ ਹਨ ਉਹ ਪੁੱਛੇ ਗਏ।
ਇਸ ਸਰਵੇ ਦੇ ਵਿੱਚ ਪਤਾ ਚੱਲਿਆ ਹੈ ਕਿ ਜ਼ਿਆਦਾਤਰ ਕੈਨੇਡੀਅਨਸ ਅਜਿਹੇ ਹਨ ਜਿਨ੍ਹਾਂ ਦੇ ਇਮੀਗ੍ਰੇਸ਼ਨ ਨੂੰ ਲੈ ਕੇ ਵਿਊਜ਼ ਅਜੇ ਵੀ ਸਟੇਬਲ ਹਨ। ਦੱਸ ਦਈਏ ਕਿ ਇਹ ਰਿਪੋਰਟ ਉਸ ਸਮੇਂ ਸਾਹਮਣੇ ਆਈ ਹੈ ਜਦੋਂ ਕੈਨੇਡਾ ਦੇ ਵਿੱਚ ਕੋਵਿਡ-19 ਦਾ ਇਮੀਗ੍ਰੇਸ਼ਨ ਦੇ ਉੱਪਰ ਵੀ ਪ੍ਰਭਾਵ ਪੈਂਦਾ ਹੋਇਆ ਦਿਖਾਈ ਦੇ ਰਿਹਾ ਹੈ। ਇਸ ਸਰਵੇ ਦੇ ਵਿੱਚ ਕੁਝ ਹੋਰ ਜਾਣਕਾਰੀ ਵੀ ਨਿਕਲ ਕੇ ਸਾਹਮਣੇ ਆਈ ਹੈ। ਇਸ ਦੇ ਵਿੱਚ 65% ਕੈਨੇਡੀਅਨਸ ਵੱਲੋਂ ਇਹ ਕਿਹਾ ਗਿਆ ਕਿ ਇਮੀਗ੍ਰੇਸ਼ਨ ਦਾ ਲੈਵਲ ਕੋਈ ਜ਼ਿਆਦਾ ਹਾਈ ਨਹੀਂ ਹੈ। ਪਿਛਲੇ 12 ਮਹੀਨਿਆਂ ਦੌਰਾਨ ਦੇਖਿਆ ਗਿਆ ਕਿ ਐਟਲਾਂਟਿਕ ਕੈਨੇਡੀਅਨਸ ਮੈਨੀਟੋਬਾ ਵਾਸੀ ਤੇ ਸਸਕੈਚੁਆਨ ਵਾਸੀ ਦੇ ਜਿਹੜੇ ਸੈਂਟੀਮੈਂਟ ਨੇ ਉਹਨਾਂ ਦੇ ਵਿੱਚ 7 ਤੋਂ 8% ਵੀਕ ਹੋਏ ਹਨ, ਜਦਕਿ ਕਿਊਬਿਕ ਦੇ ਵਿੱਚ ਅਜਿਹਾ ਨਹੀਂ ਹੈ। ਉੱਥੇ ਜੋ ਪਹਿਲਾਂ ਸੋਚਿਆ ਜਾ ਰਿਹਾ ਸੀ, ਇਸੇ ਤਰ੍ਹਾਂ ਦੀ ਸਥਿਤੀ ਇਸ ਵਾਰ ਵੀ ਸਰਵੇ ਤੋਂ ਸਾਹਮਣੇ ਆਈ ਹੈ। ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਇਸ ਸਾਲ ਦੇ ਵਾਸਤੇ ਆਪਣਾ ਜੋ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਟਾਰਗੇਟ ਤੈਅ ਕੀਤਾ ਗਿਆ, ਉਸ ਦੇ ਵਿੱਚ ਵਿਭਾਗ ਦਾ ਕਹਿਣਾ ਹੈ ਕਿ 4,01,000 ਨਵੇਂ ਇਮੀਗ੍ਰੈਂਟਸ ਦਾ ਸਵਾਗਤ ਕੀਤਾ ਜਾਵੇਗਾ। ਪਰ ਹੁਣ ਸਾਲ ਖਤਮ ਹੋਣ ਦੇ ਵਿੱਚ 2 ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ, ਪਰ ਇਹ ਟਾਰਗੇਟ ਅਜੇ ਪੂਰਾ ਨਹੀਂ ਹੋ ਸਕਿਆ, ਜਿਸ ਦੇ ਕਰਕੇ ਲੋਕਾਂ ਦੇ ਮਨਾਂ ਦੇ ਵਿੱਚ ਇਸ ਦੇ ਨਾਲ ਸੰਬੰਧਿਤ ਮਿਕਸਡ ਫੀਲਿੰਗ ਹੈ। ਕਈਆਂ ਨੂੰ ਲੱਗਦਾ ਹੈ ਕਿ ਕੋਈ ਵੱਡਾ ਸਰਪ੍ਰਾਈਜ਼ ਆਏਗਾ ਤੇ ਕਈ ਇਹ ਵੀ ਸੋਚਦੇ ਨੇ ਕਿ ਹੋ ਸਕਦਾ ਹੈ ਕਿ ਟਾਰਗੇਟ ਪੂਰਾ ਨਾ ਹੋ ਸਕੇ। ਜੋ ਇੱਕ ਸਰਵੇ ਸਾਹਮਣੇ ਆਇਆ ਉਸ ਦੇ ਵਿੱਚ 57% ਕੈਨੇਡੀਅਨਸ ਦਾ ਇਹ ਵੀ ਕਹਿਣਾ ਹੈ ਕਿ ਕੈਨੇਡਾ ਨੂੰ ਇਮੀਗ੍ਰੇਸ਼ਨ ਹੋਰ ਵੀ ਕਰਨਾ ਚਾਹੀਦਾ ਹੈ ਤਾਂ ਕਿ ਆਬਾਦੀ ਦੇ ਵਿੱਚ ਵਾਧਾ ਕੀਤਾ ਜਾਵੇ, ਜਦਕਿ 37% ਇਸ ਦੇ ਨਾਲ ਸਹਿਮਤ ਨਹੀਂ ਨੇ ਤੇ 6 ਅਜਿਹੇ ਨੇ ਜਿਨ੍ਹਾਂ ਵੱਲੋਂ ਇਸ ਬਾਰੇ ਖੁੱਲ੍ਹ ਕੇ ਗੱਲ ਨਹੀਂ ਕਹੀ ਗਈ। ਇਸ ਦੇ ਨਾਲ ਹੀ ਜਾਂਦੇ ਇੱਕ ਵਾਰ ਫਿਰ ਤੋਂ ਨਜ਼ਰ ਮਾਰਦੇ ਹਾਂ ਹੈਡਲਾਈਨਸ ਦੇ ਉੱਪਰ। ਯਾਤਰੀਆਂ ਦੀ ਕੈਨੇਡਾ ਸਰਕਾਰ ਤੋਂ ਮੰਗ, ਟੈਸਟ ਨੂੰ ਹਟਾਉਣ ਦੀ ਹੋ ਰਹੀ ਹੈ ਮੰਗ। ਟਰੂਡੋ ਨੇ ਦਿੱਤੀ ਖੁਸ਼ਖਬਰੀ, ਤਰੱਕੀ ਬਾਰੇ ਕਰਵਾਇਆ ਜਾਣੂ। ਨਸ਼ੇ ਕਾਰਨ ਗਈਆਂ ਕਈ ਜਾਨਾਂ, 9 ਮਹੀਨੇ ਦੇ ਵਿੱਚ 1500 ਤੋਂ ਵੱਧ ਮੌਤਾਂ। ਐਕਸਪ੍ਰੈਸ ਐਂਟਰੀ ਡਰਾ ਦਾ ਐਲਾਨ, ਅਜੇ ਵੀ ਨਹੀਂ ਨਿਕਲਿਆ ਵੱਡਾ ਡਰਾ। ਪੰਜਾਬੀ ਨੌਜਵਾਨ ਕੀਤਾ ਗਿਆ ਚਾਰਜ, ਨਸ਼ਾ ਕਰਕੇ ਚਲਾ ਰਿਹਾ ਸੀ ਗੱਡੀ। ਇਮੀਗ੍ਰੇਸ਼ਨ ਦੇ ਵਿੱਚ ਹੋ ਰਹੀ ਦੇਰੀ ਦੇ ਨਾਲ ਲੋਕ ਪਰੇਸ਼ਾਨ, ਸਿਆਸਤਦਾਨਾਂ ਨੇ ਮੰਤਰੀ ਨੂੰ ਲਿਖੇ ਪੱਤਰ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਨਵੀਆਂ ਤੇ ਤਾਜ਼ੀਆਂ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਫਿਲਹਾਲ ਮੈਨੂੰ ਇੰਦਰਪ੍ਰੀਤ ਕੌਰ ਪੰਨੂ ਨੂੰ ਦਿਓ ਇਜਾਜ਼ਤ ਤੇ ਤੁਸੀਂ ਵੇਖਦੇ ਰਹੋ ਟੀਵੀ ਪੰਜਾਬ।